ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ, ਮੇਰੇ ਨਾਲ ਅੱਜ ਦੋ ਵਿਸ਼ੇਸ਼ ਮਹਿਮਾਨ ਨੇ, ਪ੍ਰੋਫੈਸਰ ਜਗੀਰ ਸਿੰਘ ਕਾਲੋਂ ਤੇ ਮੈਂ ਤਾਂ ਹਰ ਰੋਜ਼ ਹੀ ਹਾਜ਼ਰ ਹੁੰਨੇ ਤੁਹਾਡੀ ਕਚਹਿਰੀ 'ਚ, ਤੇ ਕਦੀ ਕਦੀ ਡਾਕਟਰ ਸਲਮਾਨ ਨਾਜ਼ਰੀ ਵੀ ਸਾਡੇ ਨਾਲ ਜੁੜਦੇ ਨੇ। ਅੱਜ ਦੋਨਾਂ ਹੀ ਮੈਂ ਮਹਿਮਾਨ ਤੇ ਨਹੀਂ ਕਹੂੰਗਾ, ਸਾਡੀ ਟੀਮ ਦਾ ਹਿੱਸਾ ਹੀ ਨੇ, क्योंकि मेहमान तो होंगे जो किसी ने एक अद्धा दिन आना हो, पर आप रल मिल के सदा ही करने होंगे और इकट्ठिया ने प्रोग्राम करने। सो मैं स्वागत करदा डॉक्टर नाज होना का विशेष तौर पर एज ए एक्सपर्ट। अज उन्होंने असीं बुलाया कि दुनिया में जिस तरह का माहौल चल रहा है, एक युद्ध के दौर चों आपां निकल रहे हैं। रशिया तो यूक्रेन की लड़ाई, कली यूक्रेन तो रशिया की लड़ाई नहीं, दुनिया जिस तरह हुण आपस में जुड़ गई है, जिन्होंने ग्लोबल विलेज का नाम दिता जाता है। एक दिन एक निक्की जी घटना का सारी दुनिया ते असर होंदा, सारी दुनिया की जिहड़ी आर्थिकता है वो तो जुड़ी हुई है। जिद्दां आपां देखते हैं सारे मुल्क जिहड़े ने उन्हां दी जिहड़ियां मार्केट ने, स्टॉक मार्केट ने उपर थल्ले हो जांदियां ने थोड़ी जी गल नाल, पर एक वड्डा युद्ध है। इस युद्ध का खदशा ये भी बन रहा सीगा शुरुआती दौर च कि किते तीजी विश्व जंग विच ना बदल जाए, पर इनू सियाणप कहो ਜਾਂ कुछ होर ना दे लो, सब लोगों के आपो अपने ख्याल है। कुछ लोग कहते हैं कि अमेरिका ने यूक्रेन नू अगे करके आप पैर पिछे कर ले। कुछ लोगों का मनना है कि नाटो ने बहुत सियाणप की कि इस युद्ध नू सीमित युद्ध ही रखा जाए, किते वर्ल्ड युद्ध बड़ा जिहड़ा वर्ल्ड वार च ना बदल जाए। सो हुण मैं अपने एक्सपर्ट्स कोलों जाणांगा कि ये सारा जो सैनारीओ बनिया आ, असीं इहदे चों किस तरह बाहर निकलना तो ये गए किदा। पहले तो सारी ये हिस्टरी बारे मैं डॉक्टर नाज की जबानी सुनना चाहना। डॉक्टर साहब, सब तो पहला अज तुहाडी वारी है जी, तुसीं सानूं दसो कि ये हालात बने तो बने क्यों? की पुतिन दियां कोई बहुत वड्डियां उम्मीदां ने कि वो फिर एक टुटिया होया सोवियत संघ दोबारा जोड़ना चाहते आ, जां उन्हां दी विस्तारवादी नीति आ, जां फिर वाकई उन्होंने वो खतरा सीगा कि नाटो मेरे सिर ते आके बह जाएगी तो फिर असी किस तरह ਉਹਦੇ ਨਾਲ ਸਿੱਝਾਂਗੇ। हालात तो कई ने, सारे एक्सपर्ट आपो अपनी राय दे रहे हैं। डॉक्टर नाज, मैं तुहाडे कोल जानना चाहुंदा, तुहाडे अपने ख्याल हुंदे वक्री तरह दे कि ये सारी कहानी दा मुੱਢ ਵੱਜਾ कित्थों ते की ਇਹਦਾ हिस्टोरीकल ਜਿਹੜੀ बैकग्राउंड है? जी बहुत बहुत धन्यवाद। तो साढ़े सारे ਜਿਹੜੇ ਸਰੋਤੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਤੇ ਕਾਲੋਂ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਇਹ ਹੈਗਾ ਕਿ ਮੇਰੇ ਨਾਲੋਂ ਜ਼ਿਆਦਾ ਤੁਸੀਂ ਐਕਸਪਰਟ ਹੋ, ਤਜਰਬਾ ਰੱਖਦੇ ਹੋ, ਪਰ ਮੈਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ ਇਹ ਦੇਵਾਂਗਾ। 2 ਅਕਤੂਬਰ 1918 'ਚ ਰੈਵੋਲੂਸ਼ਨ ਆਇਆ, ਜਿਹਦੇ ਵਿੱਚ ਯੂਰਪ ਦੇ ਉੱਪਰਲਾ ਭਾਗ ਈਸਟ ਔਰ ਨਾਰਥ ਵਾਲਾ ਉਹ ਸਾਰੇ ਦਾ ਸਾਰਾ ਰਸ਼ੀਆ ਦੇ ਨਾਲ ਰਲ ਗਿਆ। ਇਹ ਇੱਕ ਉਹ ਕਮਿਊਨਿਸਟ ਕੰਟਰੀ ਬਣੀ ਜਿਹਨੂੰ USSR ਆਖਦੇ ਸੀ, ਯੂਨੀਅਨ ਆਫ ਸੋਵੀਅਤ ਰਿਪਬਲਿਕ ਆਫ ਰਸ਼ੀਆ, ਜਿਹਦੇ ਵਿੱਚ ਇਹ ਸਾਰੇ ਛੋਟੇ ਛੋਟੇ ਮੁਲਕ ਜਿਹੜੇ ਸੀ ਇਹ ਸ਼ਾਮਲ ਸੀ। ਇਹਦੇ ਵਿੱਚ ਤੁਸੀਂ ਹੈਰਾਨ ਹੋਗੇ ਕਿ ਜਰਮਨੀ ਤੱਕ, ਜਰਮਨੀ ਦਾ ਈਸਟ ਜਰਮਨ ਵੀ ਉਹਦੇ ਵਿੱਚ ਸ਼ਾਮਲ ਸੀ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਮੁਲਕ ਜਿਹੜੇ ਸੀ ਜਾਂ ਇਹ ਸਭਿਅਤਾ ਜਿਹੜੀ ਕਮਿਊਨਿਜ਼ਮ ਦੀ ਸੀ, ਇਹ ਇੱਕ ਸਦੀ ਵੀ ਨਹੀਂ ਚੱਲ ਸਕੀ। ਤਾਂ 1992 ਦੇ ਵਿੱਚ ਇਹਦਾ ਜਿਹੜਾ ਸੀ ਖਾਤਮਾ ਹੋ ਗਿਆ ਅਤੇ ਉਹ ਜਿਹੜੇ ਮੁਲਕ ਸੀ ਉਹ ਅਲੱਗ-ਅਲੱਗ ਟੁੱਟ ਗਏ। ਹੁਣ ਇੱਥੇ ਗੱਲ ਸੋਚਣ ਵਾਲੀ ਆ ਕਿ ਇਹ ਛੋਟੀ ਜਿਹੀ ਗੱਲ ਨਹੀਂ ਸੀ ਕਿ ਇਹ ਮੁਲਕ ਅਲੱਗ ਹੋ ਗਏ ਅਤੇ ਰਸ਼ੀਆ ਚੁੱਪ ਕਰਕੇ ਬਹਿ ਗਿਆ। ਇਹ ਗੱਲ ਉਹਨਾਂ ਦੇ ਦਿਲ 'ਚ ਰੜਕਦੀ ਸੀ ਕਿ ਇੱਕ ਵੀ ਗੋਲੀ ਨਹੀਂ ਚੱਲੀ ਅਤੇ ਇਹ ਮੁਲਕ ਅਲੱਗ-ਅਲੱਗ ਕਿਵੇਂ ਹੋ ਗਏ ਅਤੇ ਮੈਂ ਇੱਕ ਸੁਪਰੀਮ ਪਾਵਰ ਦੇ ਲਿਹਾਜ਼ ਨਾਲ ਹੁੰਦਿਆਂ ਹੋਇਆ ਇੱਕ ਮਾਮੂਲੀ ਜਿਹੀ ਤਾਕਤ ਬਣ ਕੇ ਰਹਿ ਗਿਆ। ਪਰ ਇਹਦਾ ਇਹ ਮਤਲਬ ਨਹੀਂ ਸੀ ਕਿ ਰਸ਼ੀਆ ਉਸ ਵਕਤ ਨਿਊਕਲੀਅਰ ਪਾਵਰ ਨਹੀਂ ਸੀ, ਉਹ ਪਾਵਰ ਸੀ, ਪਰ ਇਹ ਗੱਲ ਜ਼ਰੂਰ ਉਹਨੂੰ ਰੜਕਦੀ ਸੀ। ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਤੁਹਾਡੇ ਨਾਲ ਇਹ ਕਿ ਜਦੋਂ ਵੀ ਕਿਸੇ ਮੁਲਕ 'ਚ ਜਦੋਂ ਵੀ ਲੜਾਈਆਂ ਹੋਈਆਂ, ਉਹਦੇ ਦੋ ਇੱਕ ਭਾਗ, ਮੈਂ ਕਹੂੰਗਾ 3 ਭਾਗ ਜ਼ਰੂਰ ਉਹਦੇ ਹੋਏ ਆ। ਇੱਕ ਤਾਂ ਆਰਥਿਕਤਾ। ਅਸਲ ਵਿੱਚ ਜਰਮਨੀ ਨੇ ਜਦੋਂ, ਚਲੋ ਮੈਂ ਇੱਥੋਂ ਲੈਣਾ ਕਿ ਜਰਮਨੀ ਜਦੋਂ ਸੈਕੰਡ ਵਰਲਡ ਵਾਰ ਦਾ ਯੁੱਧ ਰੰਭਿਆ ਤਾਂ ਉਹਦੀ ਵੀ ਵਜ੍ਹਾ ਇਹ ਸੀ ਕਿ ਸਾਰੇ ਯੂਰਪ ਨੇ ਉਹਨੂੰ ਇਸ ਤਰ੍ਹਾਂ ਘੇਰ ਲਿਆ ਸੀ ਕਿ ਉਹਨੂੰ ਸਾਹ ਲੈਣਾ ਮੁਸ਼ਕਿਲ ਸੀ ਅਤੇ ਸਾਰੀ ਮੰਡੀ ਦੇ ਉੱਤੇ ਕਬਜ਼ਾ ਹੋ ਗਿਆ। ਅਮਰੀਕਾ ਦਾ ਤਾਂ ਬ੍ਰਿਟਿਸ਼ ਲੋਕਾਂ ਦਾ, ਯੂਰਪ ਦਾ, ਫਰਾਂਸ ਦਾ, ਸਾਰੇ ਮੁਲਕਾਂ 'ਤੇ ਕਬਜ਼ਾ ਇਹਦਾ ਹੋ ਗਿਆ, ਸਪੇਨ ਦਾ ਹੋ ਗਿਆ, ਅਮਰੀਕਾ ਵਿੱਚ ਆਈ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਇਸ ਆਰਥਿਕਤਾ ਨੂੰ ਕੀ ਰਸ਼ੀਆ ਨੇ ਚੁੱਪ ਕਰਕੇ ਨਿਗਲ ਰਿਹਾ ਜਾਂ ਚੁੱਪ ਕਰ ਰਿਹਾ? ਨਹੀਂ, ਉਹ ਇਸ ਮੌਕੇ ਨੂੰ ਬੜੇ ਹੀ ਗੌਰ ਦੇ ਨਾਲ ਸੋਚ ਰਿਹਾ ਸੀ ਕਿ ਕਿਸੇ ਵਕਤ ਇਹ ਐਸਾ ਇੱਕ
ਸ਼ੋਸ਼ਾ ਜਾਂ ਇੱਕ ਐਸਾ ਮਤਲਬ ਮੈਨੂੰ ਮੌਕਾ ਮਿਲੇ ਜਿਹਦੇ ਵਿੱਚ ਮੈਂ ਇਹ ਖੁੱਲ੍ਹ ਕੇ ਗੱਲ ਕਰ ਸਕਾਂ ਤੇ ਇਹਨਾਂ ਮੁਲਕਾਂ ਨੂੰ ਜ਼ਰਾ ਸਬਕ ਸਿਖਾ ਸਕਾਂ। ਉਹਦੇ ਵਿੱਚ ਜਿਹੜਾ ਯੂਕਰੇਨ ਆ ਇਹ ਇੱਕ ਐਸਾ ਪਾਰਟ ਆ ਰਸ਼ੀਆ ਦਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਯੂਰੇਨੀਅਮ ਹੈ। ਮੈਂ ਕਹੂੰਗਾ ਯੂਰਪ ਦੇ ਵਿੱਚ ਇਹਨਾਂ ਯੂਰੇਨੀਅਮ ਕਿਤੇ ਵੀ ਨਹੀਂ ਹੈਗਾ ਜਿੰਨਾ ਇਸ ਮੁਲਕ ਦੇ ਵਿੱਚ ਹੈ। ਤੇ ਚੋਰਨਬਿਲ ਜਿਹੜਾ ਉੱਥੇ ਦਾ ਬਹੁਤ ਵੱਡਾ ਰਿਐਕਟਰ ਵੀ ਸੀਗਾ ਉਹ ਵੀ ਤੁਸੀਂ ਜਾਣਦੇ ਇੱਥੇ ਹੀ ਲੱਗਾ ਸੀ ਜਿਹੜਾ ਲੀਕ ਕਰ ਗਿਆ ਸੀ। ਹੁਣ ਉਹਦੇ ਵਿੱਚ ਪੋਜੀਸ਼ਨ ਇਹ ਹੈ ਕਿ ਸਾਰੇ ਯੂਰਪੀਅਨ ਕੰਟਰੀ ਜਿਹੜੀਆਂ ਸੀ ਉਹ ਨੈਟੋ ਦੇ ਵਿੱਚ ਨੈਸ਼ਨਲ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ 'ਚ ਸ਼ਾਮਲ ਤਾਂ ਇਸੇ ਲਈ ਹੋਈਆਂ ਸੀ, ਜਿਹੜਾ ਵੱਡਾ ਫੈਕਟਰ ਸੀ ਕਿ ਜੇ ਕੋਈ ਮੁਲਕ ਬਾਹਰੋਂ ਸਾਡੇ ਤੇ ਹਮਲਾ ਕਰੇ, ਪਰ ਜਿਹੜੇ ਨੈਟੋ ਦੀ ਕੰਟਰੀਜ਼ ਦੇ ਵਿੱਚ ਸ਼ਾਮਲ ਹੈ ਉਹ ਨਹੀਂ, ਜਿਹੜੇ ਬਾਹਰੋਂ ਇਸਲਾਮ ਖਾਸ ਕਰਕੇ ਜੇ ਹਮਲਾ ਕਰੇ, ਜੇ ਇੱਕ ਤੇ ਹੋਵੇ ਤੇ ਅਸੀਂ ਸਾਰੇ ਉਹਦੇ ਖਿਲਾਫ ਲੜਾਂਗੇ। ਰਸ਼ੀਆ ਨੈਟੋ 'ਚ ਜੁਆਇਨ ਨਹੀਂ ਹੋਇਆ ਤੇ ਨਾ ਹੀ ਯੂਕਰੇਨ ਉਹਦੇ ਵਿੱਚ ਜੁਆਇਨ ਹੋਇਆ। ਇਹ ਜ਼ਰੂਰ ਹੈ ਕਿ ਜਿੱਥੇ ਜਿੱਥੇ ਈਸਟ ਯੂਰਪ ਦਾ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਸੀ ਤਾਂ ਯੂਕਰੇਨ ਨੇ ਬਿਲਕੁਲ ਹਿੱਕ ਠੋਕ ਕੇ ਨੈਟੋ ਦੀ ਮਦਦ ਕੀਤੀ, ਉਹਦੇ ਨਾਲ ਖੜਾ ਰਿਹਾ, ਪਰ ਜੁਆਇਨ ਨਹੀਂ ਹੋਇਆ। ਇਸ ਸਿਚੁਏਸ਼ਨ ਨੂੰ ਸਾਹਮਣੇ ਰੱਖਦਿਆਂ ਹੋਇਆਂ ਰਸ਼ੀਆ ਇਸ ਗੱਲੋਂ ਬੜਾ ਮੱਛੀ ਵਾਂਗੂ ਤੜਪ ਰਿਹਾ ਸੀ ਕਿ ਇਹਦੇ ਉੱਤੇ ਮੈਂ ਕਿਵੇਂ ਕਬਜ਼ਾ ਕਰਾਂ ਤੇ ਇਹ ਜਿਹੜਾ ਸੋਰਸ ਹੈ ਜਿਹੜਾ ਸਾਰੇ ਯੂਰੇਨੀਅਮ ਦਾ ਇਹਦੇ 'ਤੇ ਮੇਰਾ ਕਿਵੇਂ ਕਬਜ਼ਾ ਹੋਵੇ। ਦੂਜੇ ਪਾਸੇ ਆ ਗਿਆ ਆਮ ਟੇਕਿੰਗ ਮੋਰ ਟਾਈਮ ਥੋੜ੍ਹੀ ਜਿਹੀ, ਫਿਰ ਆਪਾਂ ਕੁਐਸਚਨ ਆਨਸਰ ਕਰਦੇ ਹੈਗੇ। ਕਾਲੋ ਸਾਹਿਬ ਜੀ ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਦੱਸਾਂ। ਹੁਣ ਸਿਚੁਏਸ਼ਨ ਗਾਹ ਰਹਿ ਗਈ ਅਮਰੀਕਾ ਦੀ ਜਾਂ ਯੂਰਪ ਦੀ, ਔਰ ਜਾਂ ਜਿੰਨੇ ਯੂਰਪੀਅਨ ਵੱਡੇ ਕੰਟਰੀ ਸੀ ਜਿੱਦਾਂ ਫਰਾਂਸ ਸੀਗਾ, ਇੰਗਲੈਂਡ ਸੀ, ਇਹ ਕਦੀ ਵੀ ਨਹੀਂ ਚਾਹੁੰਦੇ ਸੀ ਕਿ ਇਹ ਇੱਕ ਵੱਡੀ ਮੰਡੀ ਜਿਹੜੀ ਹੈਗੀ ਯੂਰੇਨੀਅਮ ਦੀ ਇਹ ਸਾਡੇ ਹੱਥੋਂ ਨਿਕਲ ਜਾਏ। ਤੇ ਗੱਲ ਉੱਥੇ ਹੀ ਆ ਕੇ ਖੜੀ ਹੁੰਦੀ ਹੈ ਜਿੱਥੇ ਮੈਂ ਪਹਿਲਾਂ ਕਹਿ ਸੀ ਕਿ ਜਿੱਦਾਂ ਇੰਗਲੈਂਡ ਨੂੰ ਜੰਗ ਵਰਲਡ ਵਾਰ ਸੈਕੰਡ 'ਚ ਧੱਕਣ ਵਾਲਾ ਸਾਰਾ ਯੂਰਪੀ ਸੀ ਕਿ ਉਹਦਾ ਹੁੱਕਾ ਪਾਣੀ ਕਹਿ ਲਓ ਬੰਦ ਕੀਤਾ ਸੀ, ਕਿਸੇ ਪਾਸੇ ਉਹਨੂੰ ਤਜਾਰਤ ਕਰਨੀ ਰਾਹ ਨਹੀਂ ਸੀ, ਤਾਂ ਵਰਲਡ ਵਾਰ ਸੈਕੰਡ ਦੇ ਵਿੱਚ ਸ਼ਾਮਲ। ਹੁਣ ਇਹ ਸਿਚੁਏਸ਼ਨ ਦੇ ਵਿੱਚ ਜਿਹੜੀ ਰਸ਼ੀਆ ਦੀ ਸਿਚੁਏਸ਼ਨ ਹੈ, ਰਸ਼ੀਆ ਇਹ ਕਦੀ ਵੀ ਨਹੀਂ ਚਾਹੁੰਦਾ ਕਿ ਐਡਾ ਵੱਡਾ ਯੂਰੇਨੀਅਮ ਦਾ ਖਜ਼ਾਨਾ ਉਹਦੇ ਹੱਥੋਂ ਖੁੱਸ ਜਾਏ। ਸੈਕੰਡ ਕਿ ਨੈਟੋ ਅਮਰੀਕਾ ਵਰਗੀ ਤਾਕਤ ਉਹਦੇ ਮੋਢੇ ਆ ਕੇ ਬਹਿ ਜਾਏ। ਝਗੜਾ ਸਿਰਫ ਇਸ ਗੱਲ ਦਾ, ਔਰ ਇਸ ਗੱਲ ਨੂੰ ਕੋਈ ਵੀ ਮੁਲਕ, ਨਾ ਰਸ਼ੀਆ ਤੇ ਨਾ ਅਮਰੀਕਾ, ਇਸ ਮੱਛੀ ਦੇ ਕੀ ਕਹਿਣਾ ਬੇਟ ਲੱਗੇ ਨੂੰ ਨਿਗਲ ਨਹੀਂ ਸਕਦਾ ਕਿ ਹਾਂ ਜੀ ਮੈਂ ਮੰਨਣਾ ਕਿਸੇ ਨੇ ਵੀ ਨਹੀਂ। ਦੈਟ ਇਜ਼ ਦਾ ਬੈਕਗਰਾਉਂਡ ਪਿੱਛੇ ਥੋੜੀ ਜਿਹੀ। ਡਾਕਟਰ ਸਾਹਿਬ ਥੋੜਾ ਜਿਹਾ ਮੈਂ ਤੁਹਾਡੇ ਕੋਲ ਵਿਸਤਾਰ ਚਾਹੁੰਦਾ। ਤੁਸੀਂ ਡਿਫੈਂਸ ਵਾਲਾ ਇੱਕ ਤੇ ਤੁਸੀਂ ਇਕਨੋਮੀ ਦਾ ਮੁੱਦਾ ਸਮਝਾਤਾ ਸਾਨੂੰ ਕਿ ਜਿੰਨੇ ਯੁੱਧ ਹੁੰਦੇ ਦੁਨੀਆ 'ਚ ਉਹਦੇ ਪਿੱਛੇ ਮੁੱਖ ਕਾਰਨ ਤੇ ਇਕਨੋਮੀ ਹੁੰਦੀ ਆ, ਤੇ ਇੱਕ ਤੁਸੀਂ ਥੋੜਾ ਜਿਹਾ ਡਾਕਟਰ ਸਾਹਿਬ ਉਹਦੀ ਰਾਈਟ ਪਾਸੇ ਨੂੰ ਹੋ, ਤੁਸੀਂ ਤੁਹਾਡੀ ਤਸਵੀਰ ਕਾਫੀ ਕੱਟੀ ਜਾ ਰਹੀ ਆ। ਹਾਂ ਇੱਥੇ ਜੇ ਠੀਕ ਰਿਹਾ, ਠੀਕ ਹੈ ਸਰ, ਇੱਥੇ ਠੀਕ ਆ। ਤੇ ਮੈਂ ਤੁਹਾਡੇ ਹਾਂਜੀ ਦੂਜਾ ਤੁਸੀਂ ਦੱਸਿਆ ਹੈ ਕਿ ਜਿਹੜੀ ਡਿਫੈਂਸ ਦੀ ਲੋੜ ਹੈ ਰਸ਼ੀਆ ਦੀ, ਕਿ ਉਹਦੇ ਸਿਰ ਦੇ ਉੱਤੇ ਜਾ ਕੇ ਜੇ ਨਾਟੋ ਬਹਿ ਜਾਂਦਾ ਹੈ ਮਿਜ਼ਾਈਲਾਂ ਲੱਗ ਜਾਂਦੀਆਂ, ਪਰ ਇਹਦੇ ਕੋਈ ਸਿਆਸੀ ਕਾਰਨ ਹੋਰ ਵੀ ਹੋ ਸਕਦੇ ਨੇ, ਪੋਲੀਟੀਕਲ ਬੈਕਗਰਾਉਂਡ ਇਸ ਚੀਜ਼ ਦੀ ਨਾਲ ਜੋੜ ਕੇ ਕੁਝ ਵੇਖ ਸਕਦੇ ਆਪਾਂ? ਪੋਲੀਟੀਕਲ ਸਿਚੁਏਸ਼ਨ ਐਸੀ ਨਹੀਂ ਬਣ ਸਕਦੀ ਕਿਉਂਕਿ ਦੇਖੋ ਇੱਕ ਨੇਸ਼ਨ ਦੇ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਆ ਕਿ ਉਹ ਇੱਕ ਥਾਂ ਬੱਝੀ ਰਵੇ ਜਾਂ ਇੱਕ ਬਣੀ ਰਹੇ। ਜਿਹੜਾ ਚਰਚ ਹੈਗਾ ਸਾਰਾ ਯੂਰਪ ਦਾ, ਜਿਹੜਾ ਪੂਤਨ ਵੀ ਇੱਕ ਸਲੀਬ ਗੱਲ 'ਚ ਪਾਈ ਫਿਰਦਾ, ਉਹ ਸਾਰੇ ਦਾ ਸਾਰਾ ਜਿਹੜਾ ਉੱਥੇ ਦਾ ਕੈਥੋਲਿਕ ਚਰਚ ਹੀ ਹੈ। ਹਾਂਜੀ, ਉਹਨੂੰ ਅਸੀਂ ਅਪੋਸਟੋਲਿਕ ਚਰਚ ਕਹਿੰਦੇ। ਤੇ ਜਿਹੜਾ ਉਹੀ ਚਰਚ ਮੋਰ ਦੈਨ 70% ਜਿਹੜੇ ਆ ਉਹ ਯੂਕਰੇਨ ਦੇ ਵਿੱਚ ਉਹ ਵੀ ਉਹੀ ਚਰਚ ਹੈਗਾ। ਇਸ ਲਈ ਉਹਨਾਂ ਦੀ ਯੂਨਿਟੀ ਦਾ ਹੋਣਾ ਬੜਾ ਲਾਜ਼ਮੀ ਆ। ਕਨਫਲਿਕਟ ਮੈਨੂੰ ਉਹਨਾਂ ਦੇ ਧਰਮ ਦਾ ਕੋਈ ਨਹੀਂ ਲੱਗਦਾ, ਸਮਾਜ ਦਾ ਕੋਈ ਨਹੀਂ ਲੱਗਦਾ, ਪੋਲੀਟਿਕਸ ਦਾ ਕੋਈ ਨਹੀਂ ਲੱਗਦਾ। ਟੂ ਮੀ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰਾ ਖਿਆਲ ਇਹ ਆ ਕਿ ਉਹ ਜਿਹੜਾ ਖਜ਼ਾਨਾ ਪਿਆ ਉਹਦੇ ਉੱਤੇ ਸਾਰੇ ਯੂਰਪ ਦੀ ਵੀ ਨਜ਼ਰ, ਅਮਰੀਕਾ ਦੀ ਸਭ ਤੋਂ ਵੱਡੀ ਨਜ਼ਰ ਹੈ, ਤੇ ਰਸ਼ੀਆ ਆਪਣੇ ਹੱਥੋਂ ਨੂੰ ਨਿਕਲ ਨਹੀਂ ਦੇਣਾ ਚਾਹੁੰਦਾ ਜੀ। ਅੱਛਾ ਪ੍ਰੋਫੈਸਰ ਕਾਲੋ ਹੋਰਾਂ ਨੂੰ ਵੀ ਨਾਲ ਜੋੜੀਏ ਆਪਾਂ। ਡਾਕਟਰ ਸਾਹਿਬ ਦਾ ਮੰਨਣਾ ਇਹ ਆ ਕਿ ਜਿਹੜੇ ਪੋਲੀਟੀਕਲ ਕੁਝ ਕਾਰਨ ਇਹਦੇ ਸ਼ਾਇਦ ਨਾ ਹੋਣ, ਪਰ ਕਿਉਂਕਿ ਪੋਲੀਟੀਕਲੀ ਸਟੇਬਿਲਿਟੀ ਤਾਂ ਆ ਸਕਦੀ ਸੀ। ਮੈਂ ਥੋੜਾ ਜਿਹਾ ਜੇ ਮੈਂ ਆਪਣੀ ਇਨਪੁਟ ਦੇਣੀ ਚਾਹਾਂ ਤੇ ਮੈਂ ਕਾਲੋ ਸਾਹਿਬ ਕੋਲ ਇਹਦਾ ਵਿਸਤਾਰ ਲੈ ਲਾਂਗਾ ਕਿ ਜੇਕਰ ਜਿੰਨਾ ਚਿਰ ਯੂਕਰੇਨ ਦੇ ਵਿੱਚ 1992 ਤੋਂ ਬਾਅਦ ਪ੍ਰੋ ਰਸ਼ੀਅਨ ਗਵਰਨਮੈਂਟ ਰਹੀ, ਉਹਨਾਂ ਚਿਰ ਤੇ ਉਹਨਾਂ ਦਾ ਕੋਈ ਏਡਾ ਵੱਡਾ ਵਿਵਾਦ ਨਹੀਂ ਖੜਾ ਹੋਇਆ, ਪਰ
ਪਿਛਲੇ ਲੰਬੇ ਸਮੇਂ ਤੋਂ ਯੂਰਪੀਅਨ ਯੂਨੀਅਨ ਤੇ ਨਾਟੋ ਕੋਸ਼ਿਸ਼ ਕਰ ਰਹੇ ਸੀ ਕਿ ਸਾਡੇ ਗਰੁੱਪ ਵਿੱਚ ਸ਼ਾਮਲ ਹੋਣ, ਤੇ ਕੋਈ ਹਾਲਾਤ ਇਦਾਂ ਦੇ ਬਣੇ ਕਿ ਪ੍ਰੋ ਰਸ਼ੀਅਨ ਗਵਰਨਮੈਂਟ ਫੇਲ ਹੋ ਗਈ ਕਰਪਸ਼ਨ ਦੇ ਨਾਅਰੇ ਥੱਲੇ, ਤੇ ਜਿਹੜੀ ਇਹ ਨਵੀਂ ਸਰਕਾਰ ਬਣੀ ਉਹ ਸਰਕਾਰ ਜਿਹੜੀ ਆ ਉਹ ਆਈ ਤੇ ਕਰਪਸ਼ਨ ਦੇ ਹਟਾਉਣ ਦੇ ਕਰਕੇ ਸੀਗੀ, ਪਰ ਉਹਨਾਂ ਦਾ ਰੁਖ ਜ਼ਿਆਦਾ ਜਿਹੜਾ ਸੀਗਾ ਭਾਵੇਂ ਆਰਥਿਕ ਹੋਵੇ ਚਾਹੇ ਸਿਆਸੀ ਹੋਵੇ ਜਾਂ ਕੁਝ ਹੋਵੇ ਯੂਰਪੀਅਨ ਯੂਨੀਅਨ ਦੇ ਵੱਲ ਹੋ ਗਿਆ। ਹੁਣ ਵੀ ਵੇਖੋ ਚੱਲਦੀ ਜੰਗ ਦੇ ਵਿੱਚ ਉਹਨਾਂ ਨੇ ਆਪਣੇ ਫਾਰਮ ਭਰ ਦਿੱਤੇ ਕਿ ਅਸੀਂ ਯੂਰਪੀਅਨ ਯੂਨੀਅਨ 'ਚ ਸ਼ਾਮਲ ਹੋਣਾ ਚਾਹੁੰਦੇ ਹਾਂ, ਤੇ ਯੂਰਪ ਦਾ ਸਭ ਤੋਂ ਵੱਡਾ ਮੁਲਕ ਹੋਊਗਾ ਯੂਕਰੇਨ ਅਗਰ ਉੱਥੇ ਸ਼ਾਮਲ ਹੁੰਦਾ ਆ ਤਾਂ, ਤੇ ਜਿਹਨੂੰ ਐਕਸੈਪਟ ਵੀ ਕਰ ਲਿਆ ਗਿਆ ਯੂਰਪੀਅਨ ਯੂਨੀਅਨ ਵੱਲੋਂ। ਕੁਝ ਕੁ ਫਾਰਮੈਲਿਟੀਜ਼ ਅਜੇ ਬਾਕੀ ਨੇ। ਸੋ ਇਹ ਸਿਆਸੀ ਪੈਂਤੜਾ ਜਿਹੜਾ ਆ ਯੂਕਰੇਨੀਅਨ ਵਲਾਦੀਮੀਰ ਜਿਹੜੇ ਹੈਗੇ ਨੇ ਉੱਥੋਂ ਦੇ ਪ੍ਰੈਜ਼ੀਡੈਂਟ, ਉਹਨਾਂ ਦਾ ਕਿਤੇ ਇਹ ਵੀ ਉਹਦਾ ਰਸਤੇ ਦਾ ਰੋੜਾ ਤਾਂ ਨਹੀਂ ਬਣਿਆ। ਹੁਣ ਰਸ਼ੀਆ ਇਹ ਚਾਹ ਦੇ ਰਿਹਾ ਹੈ ਕਿ ਅੱਜ ਦੇ ਯੁੱਗ 'ਚ ਪੂਰੇ ਦੇ ਪੂਰੇ ਦੇਸ਼ ਨੂੰ ਹੜੱਪ ਲੈਣਾ ਐਡਾ ਸੌਖਾ ਨਹੀਂ ਆ, ਜਿੱਦਾਂ ਦਾ ਉੱਥੋਂ ਅੱਗੇ ਉਹਨਾਂ ਦਾ ਵਿਰੋਧ ਹੋਇਆ ਉਹਦੇ ਤੋਂ ਵੀ ਇਹ ਲੱਗਦਾ ਹੈ। ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਰਸ਼ੀਆ ਚਾਹੁੰਦਾ ਇਹ ਆ ਕਿ ਉੱਥੇ ਆਪਣੀ ਜਿਹੜੀ ਹਾਂ 'ਚ ਆਉਣ ਵਾਲੀ ਸਰਕਾਰ ਆ ਉਹਦੀ ਸਥਾਪਨਾ ਕਰ ਦੇਵੇ। ਤੁਹਾਨੂੰ ਯਾਦ ਹੋਣਾ ਪਹਿਲੇ ਦਿਨ ਦੂਜੇ ਦਿਨ ਉਹਨਾਂ ਨੇ ਇਹ ਕਹਿ ਦਿੱਤਾ ਸੀ ਫੌਜ ਨੂੰ ਕਿ ਤੁਸੀਂ ਆਪਣੇ ਰਾਸ਼ਟਰਪਤੀ ਨੂੰ ਹਟਾ ਦਿਓ ਤੇ ਤਾਕਤ ਆਪਣੇ ਹੱਥ 'ਚ ਲਓ। ਯਾਨੀ ਕਿ ਰਸ਼ੀਆ ਚਾਹੁੰਦਾ ਹੈ ਕਿ ਮੇਰੀ ਕਠਪੁਤਲੀ ਸਰਕਾਰ ਯੂਕਰੇਨ 'ਚ ਬਣੇ। ਇਹ ਵੀ ਇੱਕ ਸਿਆਸੀ ਕਾਰਨ ਹੋ ਸਕਦਾ ਕਾਲੋ ਸਾਹਿਬ। ਜਿਹੜੀ ਗੱਲ ਪਹਿਲਾਂ ਨਾਜ ਸਾਹਿਬ ਨੇ ਕਹੀ ਆ ਉਹ ਬੜੀ ਦਰੁਸਤ ਆ ਕਿ ਆਪਣੇ ਤੁਹਾਨੂੰ ਪਤਾ ਵੀ ਪੰਜਾਬੀ ਦੇ ਵਿੱਚ ਵੀ ਜਾਂ ਸਾਡੀਆਂ ਭਾਸ਼ਾਵਾਂ ਦੇ ਵਿੱਚ ਵੀ ਇੱਕ ਮੁਹਾਵਰਾ ਆ ਕਿ ਜਰ ਜੋਰੂ ਜ਼ਮੀਨ ਮੂਲ ਕਲਾ ਦੇ ਤੀਨ। ਲੜਾਈ ਦੇ ਜਿਹੜੇ ਮੁੱਖ ਕਾਰਨ ਰਹੇ ਆ ਪਿਛਲੀਆਂ ਜੰਗਾਂ ਜਿਹੜੀਆਂ ਇਤਿਹਾਸ ਦੇ ਵਿੱਚ ਹੁੰਦੀਆਂ ਰਹੀਆਂ, ਉਹਨਾਂ ਦੇ ਵਿੱਚ ਜਾਇਦਾਦ, ਔਰਤ ਤੇ ਜ਼ਮੀਨ ਜਿਹੜੀ ਹੈਗੀ ਆ ਉਹਦੇ ਵਾਸਤੇ ਲੜਾਈਆਂ ਹੁੰਦੀਆਂ ਸੀਗੀਆਂ। ਔਰ ਇਹ ਅੱਜ ਵੀ ਜਿਹੜੀ ਜ਼ਰ ਹੈਗੀ ਆ, ਭਾਵੇਂ ਯੂਰੇਨੀਅਮ ਦੇ ਰੂਪ ਦੇ ਵਿੱਚ ਆ, ਭਾਵੇਂ ਹੋਰ ਉੱਥੇ ਖਣਜ ਪਦਾਰਥ ਹੈਗੇ ਨੇ, ਇਹ ਨਾਜ ਸਾਹਿਬ ਦੀ ਗੱਲ ਨਾਲ ਮੈਂ ਇਸ ਗੱਲੋਂ ਬਿਲਕੁਲ ਸਹਿਮਤ ਹਾਂ। ਬਾਕੀ ਇਹ ਆ ਕਿ ਜਿਹੜੀ ਰਾਜਨੀਤੀ ਆ ਜੀ, ਇਹ ਤਾਂ ਆਪਣੇ ਗਿੱਲ ਸਾਹਿਬ ਹਰ ਥਾਂ ਵਰਕ ਕਰਦੀ ਆ। ਅਸਲ ਦੇ ਵਿੱਚ ਜਿਹੜੀ ਮੇਨ ਲੜਾਈ ਹੈਗੀ ਆ, ਜਿਹੜੀ ਮੁੱਖ ਲੜਾਈ ਆ, ਉਹ ਹੈਗੀ ਆ ਦੁਨੀਆ ਦੇ ਵਿੱਚ ਚੌਧਰ ਦੀ। ਉਹ ਚੌਧਰ ਕਿੰਨੇ ਲੈਣੀ ਆ? ਰੂਸ ਚੌਧਰੀ ਬਣੇ ਕਿ ਅਮਰੀਕਾ ਚੌਧਰੀ ਬਣੇ? ਅਸਲ ਦੇ ਵਿੱਚ ਲੜਾਈ ਇਹਨਾਂ ਦੋਵਾਂ ਵੱਡੀਆਂ ਤਾਕਤਾਂ ਦੀ ਆ। ਤੇ ਇਹਦੇ ਵਿੱਚ ਹੁਣ ਅੱਜ ਦਾ ਯੁੱਗ ਜਿਹੜਾ ਹੈਗਾ, ਤੁਸੀਂ ਠੀਕ ਕਿਹਾ ਹੈਗਾ ਕਿ ਇਹ ਕਿਸੇ ਦੇਸ਼ ਦੇ ਉੱਤੇ ਹਮਲਾ ਕਰਕੇ ਕਬਜ਼ਾ ਕਰ ਲੈਣ ਵਾਲਾ ਜਿਹੜਾ ਜ਼ਮਾਨਾ ਹੈ ਉਹ ਨਹੀਂ ਹੈ। ਹੁਣ ਜ਼ਮਾਨਾ ਹੈਗਾ ਡੈਮੋਕ੍ਰੇਸੀ ਦਾ ਜ਼ਮਾਨਾ ਹੈਗਾ। ਜਿਵੇਂ ਮੈਂ ਮਹਿਸੂਸ ਕਰਦਾ ਕਿ ਪੁਤਿਨ ਜਿਹੜੇ ਆ, ਇਹ ਵੇਖੋ ਇਹਨਾਂ ਨੇ ਡੈਮੋਕ੍ਰੇਸੀ ਦਾ ਤਾਂ ਸੱਤਿਆਨਾਸ਼ ਕਰ ਦਿੱਤਾ, ਤੇ ਡਿਕਟੇਟਰ ਵੀ ਅਜੀਬ ਕਿਸਮ ਦੇ ਬਣੇ ਕਿ 2036 ਤੱਕ ਜਿਹੜਾ ਪਟਾ ਲਿਖਾ ਲਿਆ ਕਿ ਬਈ ਮੈਂ ਹੀ ਇੱਥੋਂ ਦਾ ਮਾਲਕ ਰਵਾਂਗਾ। ਸੋ ਉਹ ਜਿਹੜੀ ਚੀਜ਼ ਹੈ ਉਹਦਾ ਦਿਮਾਗ ਵੀ ਮੈਨੂੰ ਲੱਗਦਾ ਮਹਿਸੂਸ ਕਰਦਾ ਮੈਂ ਕਿ ਖਰਾਬ ਕੀਤਾ ਹੈਗਾ ਕਿ 2036 ਤੱਕ ਮੈਂ ਰੂਸ ਦਾ ਮਾਲਕ ਹਾਂ। ਹਾਲਾਂਕਿ ਰੂਸ ਦੇ ਸਾਰੇ ਲੋਕ ਜਿਹੜੇ ਆ ਉਹਦੇ ਨਾਲ ਨਹੀਂ। ਹੁਣ ਵੀ ਇਹ ਜਿਹੜਾ ਹਮਲਾ ਹੋਇਆ, ਇਹ ਪੁਤਿਨ ਦੀ ਅਹਮ ਅਹੰਕਾਰ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਤਾਂ ਜਿਹੜੀਆਂ ਗੱਲਾਂ ਅੱਜ ਦੇ ਯੁੱਗ ਵਿੱਚ ਬੈਠ ਕੇ ਤੈਅ ਕੀਤੀਆਂ ਜਾ ਸਕਦੀਆਂ ਆ, ਸਾਡੇ ਜਿਹੜੇ ਅੰਤਰਰਾਸ਼ਟਰੀ ਅਦਾਰੇ ਆ ਉਹਨਾਂ ਨਾਲ ਮਿਲ ਕੇ ਤੈਅ ਕੀਤੀਆਂ ਜਾ ਸਕਦੀਆਂ, ਆਪਣੀ ਗੱਲ ਜਿਹੜੀ ਆ ਉਹ ਦਲੀਲ ਨਾਲ ਰੱਖੀ ਜਾ ਸਕਦੀ ਆ। ਤੇ ਇਸ ਸਿਚੁਏਸ਼ਨ ਦੇ ਵਿੱਚ ਮੈਂ ਸਮਝਣਾ ਵੀ ਜਿਹੜਾ ਹਮਲਾ ਰੂਸ ਵੱਲੋਂ ਕੀਤਾ ਗਿਆ, ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਾਡੇ ਕੁਝ ਲੋਕ ਇਹ ਮਹਿਸੂਸ ਕਰਦੇ ਨੇ ਜਦੋਂ ਰੂਸ ਦੀ ਗੱਲ ਆਉਂਦੀ ਆ ਤਾਂ ਉਹਨਾਂ ਨੂੰ ਭੁਲੇਖਾ ਰਹਿੰਦਾ ਆ ਕਿ ਪੁਤਿਨ ਜਿਹੜਾ ਹੈਗਾ ਇਹ USSR ਦਾ ਲੀਡਰ ਆ। ਹੁਣ ਮੇਰੇ ਦੋਸਤੋ, USSR ਨਹੀਂ ਹੈ। USSR ਦਾ ਮਤਲਬ ਸੀਗਾ ਕਿ ਉਹ ਆਪਣੇ ਲੋਕਾਂ ਦੇ ਭਲੇ ਦੀ ਗੱਲ ਸੋਚਦਾ ਸੀਗਾ, ਅਮਨ ਦੀ ਗੱਲ ਸੋਚਦਾ ਸੀਗਾ, ਥਰਡ ਵਰਲਡ ਕੰਟਰੀਜ਼ ਦੀ ਜਿਹੜੇ ਗਰੀਬ ਮੁਲਕ ਸੀਗੇ ਉਹਨਾਂ ਦੀ ਮਦਦ ਦੀ ਗੱਲ ਸੋਚਦਾ ਸੀਗਾ। ਹੁਣ ਇਹ ਰੂਸ ਨਹੀਂ ਹੈ ਤੇ ਇਹਦਾ ਲੀਡਰ ਜਿਹੜਾ ਹੈ ਉਹ ਇੱਕ ਬਹੁਤ
ਤਾਨਾਸ਼ਾਹ ਵੀ ਸਮਝ ਲਓ ਵੀ ਇੱਕ ਵੱਖਰੀ ਕਿਸਮ ਦਾ ਤਾਨਾਸ਼ਾਹ ਆ। ਅੱਜ ਤੱਕ ਕਿਸੇ ਤਾਨਾਸ਼ਾਹ ਨੇ ਸੌਰੀ ਜੀ ਇਸ ਤਰੀਕੇ ਨਾਲ ਪਟਾ ਲਿਖਾ ਕੇ ਕਿਸੇ ਮੁਲਕ ਦੀ ਹਕੂਮਤ ਨਹੀਂ ਸਾਂਭੀ ਸੀਗੀ। ਸੋ ਇਹ ਜਿਹੜਾ ਹਮਲਾ ਕੀਤਾ ਆ ਪੂਤਨ ਦੀ ਅਗਵਾਈ ਦੇ ਵਿੱਚ, ਇਹ ਗੈਰ ਵਾਜਬ ਆ। ਇਹ ਐਂਟੀ ਪੀਸ ਹੀ ਨਹੀਂਗਾ, ਇਹ ਐਂਟੀ ਮਨੁੱਖਤਾ ਹੈ। ਇਹ ਹਿਊਮੈਨਿਟੀ ਦੇ ਉੱਤੇ ਵੀ ਇੱਕ ਜੁਰਮ ਹੈ ਜਿਹੜਾ ਇਹਨੇ ਪੂਤਨ ਨੇ ਕੀਤਾ ਹੈਗਾ। ਇਹ 100 ਵਾਰੀ ਇਹ ਗੱਲਾਂ ਹੋਣ ਕਿ ਬਈ ਯੂਕਰੇਨ ਨੈਟੋ ਦਾ ਮੈਂਬਰ ਬਣੇ ਕਿ ਨਾ ਬਣੇ, ਉਹਦੇ ਤੋਂ ਕੀ ਖਤਰੇ ਹੋ ਸਕਦੇ ਆ, ਉਹਨਾਂ ਦਾ ਮੁਕਾਬਲਾ ਕਿੱਦਾਂ ਕਰਨਾ ਆ, ਇਹ ਗੱਲਾਂ 100 ਵਾਰੀ ਆਪਣੇ ਥਾਂ ਹੋਣ, ਪਰ ਮੈਂ ਸਮਝਣਾ ਕਿ ਇਹ ਹਮਲਾ ਜਿਹੜਾ ਹੈਗਾ ਕੇਵਲ ਯੂਕਰੇਨ ਤੇ ਨਹੀਂ ਹੈ, ਇਹ ਹਮਲਾ ਪੂਰੀ ਹਿਊਮੈਨਿਟੀ ਤੇ ਆ। ਤੁਸੀਂ ਅੱਜ ਹੀ ਦੇਖੋ ਕਿ ਅੱਜ ਦੁਨੀਆ ਦਾ, ਤੁਸੀਂ ਜਿਵੇਂ ਕਿਹਾ ਵੀ ਇਹ ਗਲੋਬਲ ਵਿਲੇਜ ਆ, ਕੋਈ ਵੀ ਤੁਸੀਂ ਦੇਸ਼ ਦੀ ਤੇ ਗੱਲ ਛੱਡੋ, ਕੋਈ ਵਿਅਕਤੀ ਵੀ ਅਛੂਤਾ ਨਹੀਂ ਰਹਿ ਸਕਦਾ। ਇੱਥੇ ਅਸੀਂ ਕੈਨੇਡਾ 'ਚ ਬੈਠੇ ਆ ਨਾ, ਤੇ ਜਿਹੜੀ ਗੈਸ ਹੈਗੀ ਆ ਇਹ $2 ਨੂੰ ਲੀਟਰ ਹੋਣ ਵਾਲੀ ਆ, ਉਹਦੇ ਲਾਗੇ ਚਾਗੇ ਪਹੁੰਚ ਗਈ ਆ। ਔਰ ਬਾਕੀ ਜਦੋਂ ਪਾਬੰਦੀਆਂ ਲੱਗਦੀਆਂ ਆ, ਰੂਸ ਦਾ ਆਪਣਾ ਕੀ ਹਾਲ ਹੋ ਗਿਆ, ਉਹਦੇ ਜਿਹੜਾ ਉਹਦਾ ਰੂਬਲ ਹੈਗਾ ਉਹਦੀ ਕੀਮਤ ਕਿੱਥੇ ਗਈ ਆ। ਉਹਨਾਂ ਨੇ ਆਪਣੀ ਜਿਹੜੀ ਐਕਸਚੇਂਜ ਹੈਗੀ ਆ ਉਹ ਬੰਦ ਹੀ ਕੀਤੀ ਆ। ਔਰ ਜਦੋਂ ਸਾਰੀ ਦੁਨੀਆ ਨਾਲੋਂ ਟੁੱਟ ਜਾਏਗਾ ਬੰਦਾ, ਉਹਦੇ 'ਚ ਹੁਣ ਰੂਸੀਆਂ ਦਾ ਕੀ ਕਸੂਰ ਆ। ਔਰ ਮੈਂ ਉਹਨਾਂ ਰੂਸੀਆਂ ਨੂੰ ਸ਼ਾਬਾਸ਼ ਦਿੰਦਾ ਜਿਹੜੇ ਜੰਗ ਦੇ ਵਿਰੁੱਧ ਉੱਥੇ ਮੁਜ਼ਾਹਰੇ ਕਰ ਰਹੇ ਨੇ। ਔਰ ਦੁਨੀਆ ਭਰ ਦੇ ਵਿੱਚ ਰੂਸ ਦੇ ਜਹਾਜ਼ ਜਿਹੜੇ ਆ ਉਹ 에ਅਰ ਸਪੇਸ ਦੇ ਵਿੱਚ ਕਿਤੋਂ ਲੰਘ ਹੀ ਨਹੀਂ ਸਕਦੇ। ਸੋ ਦਲੀਲਾਂ ਆਪਣੇ ਥਾਂ, ਪਰ ਇਹ ਮੈਂ ਸਮਝਣਾ ਬਈ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ ਇਹ ਬਹੁਤ ਘਾਤਕ ਜੁਰਮ ਹੈ। ਜੀ ਬਿਲਕੁਲ, ਕਾਰਨ ਕੋਈ ਵੀ ਦੱਸੇ ਜਾਣ, ਇਹ ਪੂਤਨ ਨੇ ਇੱਕ ਬਹੁਤ ਵੱਡਾ ਜੁਰਮ ਕੀਤਾ ਹੈ। ਜੀ ਡਾਕਟਰ ਨਾਜ, ਪ੍ਰੋਫੈਸਰ ਕਾਲਾ ਹੋਰਾਂ ਦਾ ਮੰਨਣਾ ਹੈ ਕਿ ਜਦੋਂ ਪਾਵਰ ਕੋਲ ਆਉਂਦੀ ਆ ਤੇ ਉਹ ਵੀ ਲੰਬੇ ਸਮੇਂ ਲਈ, ਜਿਸ ਤਰ੍ਹਾਂ 1936 ਤੱਕ ਪੂਤਨ ਨੇ ਡਿਕਲੇਅਰ ਕੀਤਾ ਕਿ ਉਹ ਡਿਕਟੇਟਰ ਬਣੇ ਰਹਿਣਗੇ, ਤੇ ਉਹ ਜਿਹੜਾ ਤਾਕਤ ਦਾ ਨਸ਼ਾ ਹੈ ਉਹ ਸਿਰ ਨੂੰ ਚੜ੍ਹਦਾ, ਤੇ ਇਹ ਇੱਕ ਕਾਰਨ ਹੋ ਸਕਦਾ ਇਹਨਾਂ ਦੀ ਵਰਜਨ ਇਹ ਵੀ ਆ। ਪਰ ਦੂਜਾ ਪਾਸਾ ਇਹ ਹੈ ਕਿ ਡਿਕਟੇਟਰ ਤੇ ਚਾਹੇ ਕਿਸੇ ਮੁਲਕ ਦਾ ਕਦੀ ਵੀ ਕੋਈ ਹੋਵੇ, ਆਪਣੇ ਆਪ ਤੇ ਕਦੀ ਵੀ ਨਹੀਂ ਉਤਰਿਆ, ਉਹ ਆਪਣੀ ਸੀਮਾ ਤੈਅ ਕਰੇ ਭਾਵੇਂ ਨਾ, ਜਾਂ ਤੇ ਕੋਈ ਮਿਲਟਰੀ ਕੂਪ ਹੁੰਦਾ ਜਾਂ ਕੋਈ ਦੂਜੇ ਲੋਕ ਆ ਕੇ ਉਹਨੂੰ ਹਟਾਉਂਦੇ ਆ ਤੇ ਫਿਰ ਉਹਦਾ ਅੰਤ ਹੋ ਜਾਂਦਾ ਹੈ, ਤੇ ਜਾਂ ਫਿਰ ਕਿਸੇ ਨਾ ਕਿਸੇ ਕਾਰਨ ਉਹਦੀ ਮੌਤ ਹੁੰਦੀ ਆ, ਭਾਵੇਂ ਮੌਤ ਉਹਦੀ ਕਤਲ ਦੇ ਰੂਪ 'ਚ ਹੋਵੇ। ਸਾਡੇ ਕੋਲ ਅਨੇਕਾਂ ਮਿਸਾਲਾਂ ਨੇ, ਮੇਰੇ ਖਿਆਲ ਜਿੰਨੇ ਵੀ ਡਿਕਟੇਟਰ ਨੇ, ਜਾਂ ਤੇ ਫਿਰ ਉਹ ਜੇਲ੍ਹਾਂ 'ਚ ਸੜੇ ਨੇ ਬਾਅਦ 'ਚ, ਤੇ ਜਾਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਜਾਂ ਹਲਾਕ ਨੂੰ ਵੇਖ ਲਓ, ਹੋਰ ਵੇਖ ਲਓ, ਕਈ ਇਸ ਤਰ੍ਹਾਂ ਦੇ। ਪਰ ਆਪਣੇ ਆਪ ਕੋਈ ਵੀ ਡਿਕਟੇਟਰ ਕਦੀ ਵੀ ਇਦਾਂ ਨਹੀਂ ਕਹਿੰਦਾ ਕਿ ਹੁਣ ਮੇਰੀ ਟਰਮ ਪੂਰੀ ਹੋ ਗਈ ਤੇ ਮੈਂ ਚੱਲਿਆ। ਤੇ ਇਹ ਤੇ ਆਪਾਂ ਨਾ ਪੂਤਨ ਕੋਲੋਂ ਜਿਹੜੀ ਆ ਇਸ ਗੱਲ ਦੀ ਉਮੀਦ ਕਰ ਸਕਦੇ, ਨਾ ਕਿਸੇ ਹੋਰ ਡਿਕਟੇਟਰ ਕੋਲੋਂ ਕਰ ਸਕਦੇ ਆ। ਚਾਹੇ ਚਾਈਨਾ ਦਾ ਵੀ ਇਸ ਵੇਲੇ ਜਿਹੜਾ ਬਣਿਆ ਯੀਪਿੰਗ ਰੀ, ਉਹਨਾਂ ਨੇ ਵੀ ਇਸੇ ਲੀਹਾਂ ਤੇ ਚੱਲ ਕੇ ਆਪਣੇ ਆਪ ਦੀ ਉਮਰ ਬੜੀ ਲੰਬੀ ਕੀਤੀ ਹੋਈ ਆ। ਸੋ ਇਹ ਤੇ ਇੱਕ ਮਸਲਾ ਆ। ਪਰ ਡਾਕਟਰ ਸਾਹਿਬ, ਧਰਮ ਦਾ ਤੁਸੀਂ ਜ਼ਿਕਰ ਕੀਤਾ ਵਿੱਚ, ਜੇ ਧਰਮ ਕਿਸੇ ਨੇਸ਼ਨ ਨੂੰ ਬਣਾਉਂਦਾ ਹੋਵੇ ਤੇ ਇਸਲਾਮਿਕ ਮੁਲਕ ਆਪੋ 'ਚ ਕਿਉਂ ਲੜਨ? ਇਸਲਾਮ ਦੇ ਨਾਂ ਤੇ ਚੱਲ ਰਹੇ ਮੁਲਕ ਆਪੋ 'ਚ ਜੂਤੂਤਾਨ ਹੁੰਦੇ ਹੀ ਰਹਿੰਦੇ, ਆਪਾਂ ਵੇਖਦੇ ਰਹੇ ਹਾਂ। ਔਰ 58 ਦੇ ਕਰੀਬ ਨਿੱਕੇ ਨਿੱਕੇ ਵੱਡੇ ਕੰਟਰੀ ਨੇ ਜਿੱਥੇ ਲਗਭਗ ਜਾਂ ਰਾਜਾਸ਼ਾਹੀ ਹੈ ਜਾਂ ਡਿਕਟੇਟਰਸ਼ਿਪ ਹੈ, ਡੈਮੋਕ੍ਰੇਸੀ ਕਿਤੇ ਨਹੀਂ ਆ। ਉਹਨਾਂ ਨੂੰ ਜਿਹੜੇ ਡੈਮੋਕ੍ਰੇਸੀ ਦੇ ਮਦਈ ਮੁਲਕ ਨੇ, ਕੈਨੇਡਾ, ਅਮਰੀਕਾ, ਉਹ ਆਪਣੇ ਹਿੱਤਾਂ ਲਈ ਯੂਜ਼ ਕਰਦੇ ਨੇ। ਜਿਹੜਾ ਕੋਈ ਮਾੜਾ ਜਿਹਾ ਇਹਨਾਂ ਨੂੰ ਕੈਰੀ ਨੇ ਅੱਖ ਨਾਲ ਵੇਂਦਾ ਆ, ਉਹਦੇ ਜਾ ਕੇ ਆਪਾਂ ਦਖਲ ਦੇਣਾ ਸ਼ੁਰੂ ਕਰ ਦਿੰਦੇ ਆ। ਹੁਣ ਵਾਹ ਪਿਆ ਇੱਕ ਵੱਡੀ ਤਾਕਤ ਨਾਲ, ਜਿੱਥੇ ਪੂਤਨ ਦੀਆਂ ਲੱਖ ਆਪਾਂ ਬੁਰਾਈਆਂ ਗਿਣੀਏ, ਇੱਕ ਗੱਲ ਤੇ ਮੰਨਣੀ ਪਊ ਨਾ, 92 ਤੋਂ ਬਾਅਦ ਜਿਹੜਾ ਢਹਿ ਹੋਇਆ ਰੂਸ ਸੀਗਾ, ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ, ਉਹਨੂੰ ਮੁੜ ਪੈਰਾਂ ਤੇ ਖੜਾ ਕਰਨਾ ਤੇ ਦੁਨੀਆ ਦੀ ਇੱਕ ਤਾਕਤ ਬਣ ਕੇ ਉੱਭਰਨਾ, ਚਾਹੇ ਆਰਥਿਕ ਤੌਰ ਤੇ ਅਜੇ ਵੀ ਮੰਨਦੇ ਆ ਕਿ ਉਹ ਅਮਰੀਕਾ ਦਾ ਮੁਕਾਬਲਾ ਨਹੀਂ ਕਰਦਾ, ਪਰ ਫੌਜੀ ਸ਼ਕਤੀ ਵਜੋਂ ਇੱਕ ਤੀਜੀ ਧਿਰ ਵੱਲੋਂ ਮੁਲਕ ਨੂੰ ਖੜਾ ਕਰਨਾ, ਇਹ ਪੂਤਨ ਦੀ ਪੋਜ਼ਿਟਿਵ ਚੀਜ਼ਾਂ ਵੀ ਤੁਹਾਨੂੰ ਨਜ਼ਰ ਆਉਂਦੀਆਂ ਕਿ ਨਹੀਂ? ਧਰਮ ਦਾ ਕਨਸੈਪਟ, ਇੱਕ ਡਾਕਟਰ ਸਾਹਿਬ ਨੈਸ਼ਨੈਲਿਟੀ ਜਿਹੜੀ ਆ, ਨੈਸ਼ਨਲਿਜ਼ਮ ਦਾ ਬੜਾ ਦੌਰ ਹੈ ਅੱਜ ਕੱਲ੍ਹ। ਨੈਸ਼ਨੈਲਿਟੀ ਕੀ ਇੱਕੋ ਜਿਹੇ ਲੋਕ ਹੋਣ ਤਾਂ ਬਣਦੀ ਹੈ, ਯਾਨੀ ਕਿ ਉਹਦੀ ਭਾਸ਼ਾ,
ਕਲਚਰ ਤੇ ਜਿਹੜਾ ਧਰਮ ਹੈ, ਧਰਮ ਤੇ ਮੈਂ ਪਹਿਲਾਂ ਕਹਿ ਹੀ ਚੁੱਕਾ ਕਿ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਤੇ ਹੁਣ ਜਿਹੜੀ ਰਸ਼ੀਆ ਦਾ ਤੇ ਯੂਕਰੇਨ ਦਾ ਵਾ, ਅੱਧੇ ਲੋਕ ਰਸ਼ੀਅਨ, ਈਵਨ ਪਾਸਪੋਰਟ ਨਹੀਂ, ਸਿਟੀਜ਼ਨਸ਼ਿਪ ਵੀ ਉਹਨਾਂ ਕੋਲ ਰਸ਼ੀਆ ਦੀ ਆ, ਜਿਹੜੇ ਯੂਕਰੇਨ 'ਚ ਰਹਿ ਰਹੇ ਨੇ, ਉਹਨਾਂ ਦੇ ਤੇ ਬਹੁਤ ਕੁਝ ਇਕੱਠਾ ਆ। ਤੇ ਕਿਤੇ ਨਾ ਕਿਤੇ ਇਹ ਜਿਹੜੇ ਕਨਫਲਿਕਟ ਨੇ, ਇਹਦੇ ਪਿੱਛੇ ਬਾਹਰੀ ਤਾਕਤਾਂ ਦਾ ਜ਼ਿਆਦਾ ਰੋਲ ਨਹੀਂ ਲੱਗਦਾ ਆਪਾਂ ਨੂੰ? ਮਿਸਾਲ ਵਜੋਂ ਬਾਹਰੀ ਤਾਕਤਾਂ, ਸਵਾਲ ਤੇ ਇਸੇ ਗੱਲ ਦਾ ਹੈਗਾ ਗਿੱਲ ਸਾਹਿਬ ਕਿ ਬਾਹਰਲੀ ਤਾਕਤਾਂ ਯੂਰਪ ਹੀ ਰਹਿ ਗਿਆ ਜਾਂ ਅਮਰੀਕਾ ਇੰਗਲੈਂਡ ਰਹਿ ਗਿਆ? ਬਿਲਕੁਲ, ਮੇਰਾ ਸਿੱਧਾ ਸਵਾਲ ਯੂਰਪੀ ਯੂਨੀਅਨ ਤੇ ਵੈਸਟਰਨ ਕੰਟਰੀ ਉਹ 'ਚ ਅਸੀਂ ਵੀ ਸ਼ਾਮਲ ਆ, ਸਾਡਾ ਮੁਲਕ ਕੈਨੇਡਾ ਵੀ ਸ਼ਾਮਲ ਆ। ਠੀਕ ਆ, ਅਸੀਂ ਉਹਨਾਂ ਨੂੰ ਇਸ ਵੇਲੇ ਬੇਸ਼ੱਕ ਟੋਕਨ ਮਨੀ ਆ, ਵੀ ਸੈਂਟ $25 ਮਿਲੀਅਨ ਫਾਰ ਡਿਫੈਂਸ ਪਰਪਸਸ। ਨਾਓ ਦੋ ਚਾਰ ਗੱਲਾਂ ਕਾਲੂ ਸਾਹਿਬ ਤੁਸੀਂ ਬਹੁਤ ਸੋਹਣੀਆਂ ਕਹੀਆਂ, ਪਰ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਫਿਰ ਹਿਸਟਰੀ ਸੈਰ ਕਰਾਉਣਾ ਕਿ ਜਿੰਨੇ ਵੀ ਦੁਨੀਆ ਤੇ ਡਿਕਟੇਟਰ ਹੋਏ ਆ ਨਾ, I'll go back to even I will say ਕਿ ਦੁਨੀਆ 'ਚ ਜਿਹਨੂੰ ਤੁਸੀਂ ਸਭ ਤੋਂ ਵੱਡਾ ਸ਼ਾਂਤੀ ਵਾਲਾ ਜਾਂ ਸ਼ਾਂਤੀ ਦੇ ਪੁਜਾਰੀ ਸਮਝਦੇ ਹੋ, ਜਾਂ ਜਿਹਨੂੰ ਪ੍ਰਿੰਸ ਆਫ ਪੀਸ ਜੀਸਸ ਕ੍ਰਾਈਸਟ ਨੂੰ ਸਮਝਿਆ, ਉਹਦੇ ਪੁਜਾਰੀਆਂ ਦਾ ਕੀ ਹਾਲ? ਅੱਜ ਤਾਈਂ ਤੁਸੀਂ ਹੈਰਾਨ ਹੋਗੇ ਕਿ 100 ਈਅਰ ਵਾਰ ਤੋਂ, ਜਿਹਨੂੰ ਕਰੂਸੇਡ ਜਾਂ ਸਲੀਬੀ ਜੰਗਾਂ ਕਹਿੰਦੇ, ਉਹ ਵੀ ਈਸਾਈਆਂ ਨੇ ਲੜੀਆਂ, ਜਿਹਦੇ ਵਿੱਚ ਉਸ ਵੇਲੇ ਕੋਈ ਲਿਖਤ ਪੜਤ ਨਹੀਂ ਸੀ ਹੋ ਰਹੀ। ਡਾਕਟਰ ਸਾਹਿਬ ਥੋੜਾ ਜਿਹਾ ਰਾਈਟ ਸਾਈਡ ਤੇ ਹੋ ਜਾਓ, ਤੁਸੀਂ ਫਰੇਮ ਤੋਂ ਬਾਹਰ ਹੋ ਗਏ, ਫਿਰ ਥੋੜਾ ਜਿਹਾ ਰਾਈਟ ਸਾਈਡ ਨੂੰ ਥੋੜਾ ਜਿਹਾ ਹੋ ਜਾਓ, ਬਸ ਇੱਥੇ ਹੋ ਜਾਓ ਜੀ, ਠੀਕ ਹੈ ਜੀ, ਇੱਥੇ ਠੀਕ ਸੀਗਾ, ਹਾਂਜੀ ਬਿਲਕੁਲ ਠੀਕ ਚੱਲ ਰਿਹਾ ਸੀ, ਤੁਸੀਂ ਫਿਰ ਬਾਹਰ ਹੋ ਜਾਂਦੇ ਹੋ। ਹਾਂਜੀ, ਗੱਲ ਇਹ ਹੈ ਵੀ ਕੋਈ ਨਹੀਂ, ਕੰਟੀਨਿਊ ਕਰੋ ਤੁਸੀਂ, ਕੋਈ ਗੱਲ ਨਹੀਂ, ਕੰਟੀਨਿਊ ਕਰੋ, ਠੀਕ ਆ। ਅੱਛਾ, ਉਹਦੇ ਵਿੱਚ ਹੁਣ ਬੇਸ਼ੱਕ ਮੇਰੇ ਖਿਲਾਫ ਹੋ ਜਾਣ ਕ੍ਰਿਸਚਨ ਲੋਕ ਔਰ ਸੋਚਣ ਕਿ ਇਟਸ ਅ ਵੈਰੀ ਵਾਇਲੈਂਟ ਸਟੇਟਮੈਂਟ ਕਿ ਅੱਜ ਤਾਈਂ ਜਿਹੜਾ ਦੁਨੀਆ ਵਰਲਡ ਵਾਰ ਸੈਕੰਡ ਤੇ ਨਹੀਂ ਅਜੇ ਜਾਂਦਾ, ਮੈਂ ਕਰੂਸੇਡ ਕਹਿੰਦਾ 100 ਸਾਲ ਜੰਗ, ਅਜੇ ਤਾਂ ਮਤਲਬ ਇੱਥੇ ਤਾਂ ਮਤਲਬ ਮਸਾਂ 10 ਦਿਨ ਹੀ ਹੋਏ, 100 ਸਾਲ ਜੰਗ, ਜਿਨ੍ਹਾਂ ਨੂੰ ਸਲੀਪੀ ਜੰਗਾਂ ਕਹਿੰਦੇ। ਇੱਕ ਬਾਦਸ਼ਾਹ ਮਰ ਗਿਆ, ਦੂਜੇ ਨੇ ਕਰਦੀ ਰਹੇ, 2-3 ਬਾਦਸ਼ਾਹ ਲੰਘ ਗਏ, ਇਹ ਮੁਸਲਮਾਨਾਂ ਨਾਲ ਕਰਦੇ ਰਹੇ। ਤੇ ਇਹਦੇ 'ਚ ਮੈਂ ਨਹੀਂ ਕਹਿੰਦਾ ਕਿ ਉਸ ਵੇਲੇ ਕਿਸੇ ਨੇ ਮਿਕਦਾਰ ਰੱਖੀ ਕੋਈ ਕਿੰਨੇ ਕੁ ਮਿਲੀਅਨ ਮਰ ਗਿਆ। ਉਹ ਵੀ ਇੱਕ ਤੁਸੀਂ ਕਹਿ ਲਓ ਰਿਲੀਜੀਅਸ ਵਾਰ ਸੀ। ਜਦੋਂ ਆਇਆ ਵਕਤ ਵਰਲਡ ਵਾਰ ਫਸਟ ਦਾ, ਤੇ ਉਦੋਂ ਵੀ ਯੂਰਪ ਦੀ ਸਿਰਫ ਜੰਗ ਹੋਈ ਸੀ, ਵਰਲਡ ਵਾਰ ਫਸਟ ਦੀ, ਜਿਹੜੀ 1914 ਦੇ ਵਿੱਚ ਸ਼ੁਰੂ ਹੋਈ। ਉਸ ਜੰਗ ਦੇ ਵਿੱਚ ਵਰਲਡ ਵਾਰ ਸੈਕੰਡ ਨਾਲੋਂ ਤੋਂ ਵੀ ਜ਼ਿਆਦਾ ਲੋਕ ਮਰੇ ਔਰ ਜ਼ਖਮੀ ਹੋਏ, ਉਹ ਵੀ ਕ੍ਰਿਸਚਨਾਂ ਨੇ ਲੜੀ ਆਪਸ ਦੇ ਵਿੱਚ। ਵਰਲਡ ਵਾਰ ਫਸਟ ਜਿਹੜੀ ਸੀ, ਉਹ ਵੀ ਇੱਕ ਡਿਕਟੇਟਰ ਨੇ ਤੇ ਕ੍ਰਿਸਚਨਾਂ ਨੇ ਲੜੀ। ਵਰਲਡ ਵਾਰ ਫਸਟ ਦੇ ਬਾਅਦ ਸੈਕੰਡ ਜਿਹੜੀ ਆਈ, ਉਹ ਵੀ ਉਹਨਾਂ ਨੇ ਲੜੀ, ਤੇ ਉਸੇ ਜੰਗ ਦੇ ਵਿੱਚ ਇਹਨਾਂ ਨੇ ਹੀ ਹੀਰੋਸ਼ੀਮਾ ਤੇ ਤਾਂ ਨਾਗਾਸਾਕੀ ਤੇ ਬੰਬ ਮਾਰਿਆ। ਤੇ ਅੱਜ ਇਹ ਇਸ ਸਿਚੁਏਸ਼ਨ 'ਚ ਖੜੇ ਕਿ ਇੱਕ ਪਾਸੇ ਅਪੋਸਟੋਲਿਕ ਚਰਚ ਖੜਾ ਹੈ ਉੱਥੇ ਦਾ ਰਸ਼ੀਆ ਦਾ, ਤੇ ਇੱਕ ਪਾਸੇ ਯੂਰਪ ਦਾ ਖੜਾ ਹੈਗਾ। ਤੇ ਹੁਣ ਇਹ ਕਿੱਥੇ ਮੁੱਕਦੀ ਹੈ ਗੱਲ ਜਾ ਕੇ, ਇਹ ਮੈਂ ਕਹਿ ਨਹੀਂ ਸਕਦਾ, ਪਰ ਇੱਕ ਗੱਲ ਦਾ ਮੈਨੂੰ ਸ਼ੋਰਟੀ ਆ ਕਿ ਜਦੋਂ ਵੀ ਡਿਕਟੇਟਰ ਆਏ, ਮਿਸਾਲ ਦੇ ਤੌਰ ਤੇ ਕਿੰਨੇ ਆਪਾਂ ਗਿਣ ਚੁੱਕੇ ਹਾਂ, ਸਟਾਲਿਨ ਨੇ, ਤੁਸੀਂ ਹੈਰਾਨ 1934 ਤੋਂ ਲਾ ਕੇ ਔਨਵਰਡ, ਸਟਾਲਿਨ ਨੇ 80 ਮਿਲੀਅਨ ਲੋਕ ਆਪਣੇ ਹੀ ਮਰਵਾਤੇ ਸੀ, ਸਫਾਈ ਕਰਤੀ ਸੀ। ਇਸੇ ਤਰ੍ਹਾਂ ਤੁਸੀਂ ਅੱਗੇ ਜਾ ਕੇ ਦੇਖਦੇ ਕਿ ਸਦਾਮ ਹੁਸੈਨ ਦੇ ਵਕਤ ਦੇ ਵਿੱਚ, ਤੇ ਆਪਣੀ ਈਦੀ ਅਮੀਨ ਦੇ ਵਕਤ ਦੇ ਵਿੱਚ, ਹਿਟਲਰ ਦੇ ਵਕਤ ਦੇ ਵਿੱਚ, ਮਸੋਲੀਨੀ ਦੇ ਵਕਤ ਦੇ ਵਿੱਚ, ਇਹਨਾਂ ਨੇ ਹੀ ਡਿਕਟੇਟਰਾਂ ਦਾ ਆ ਜਾਣਾ ਬੜਾ ਸੌਖਾ ਕੰਮ ਹੈ, ਪਰ ਉਹਨਾਂ ਨੂੰ ਲਾਉਣਾ ਉਹ ਬਹੁਤ ਹੀ ਮੁਸ਼ਕਿਲ ਕੰਮ ਹੋ ਜਾਂਦਾ। ਤੇ ਜਦੋਂ ਉਹ ਲੱਥਦੇ ਆ ਤਾਂ ਸਾਰੀ ਹਿਊਮੈਨਿਟੀ ਨੂੰ ਇੱਕ ਖੂਨ ਦੇ ਬਾਥ ਜਾਂ ਖੂਨ ਦੇ ਸਮੁੰਦਰ ਵਿੱਚ ਨਗਾ ਕੇ ਨਿਕਲਦੇ। ਤਾਂ ਇਹ ਹਾਲਾਤ ਅੱਜ ਜਿਹੜੀ ਆ ਉਹ ਉੱਥੇ ਖੜੀ ਆ। ਪਰ ਇੱਕ ਗੱਲ ਦੀ ਮੈਂ ਸ਼ਾਦੀ ਨਾਲ ਗੱਲ ਕਹਿ ਸਕਦਾ ਕਿ ਬੇਸ਼ੱਕ ਪੁਤਨ ਜਿੰਨੀ ਮਰਜ਼ੀ ਲੜਾਈ ਦਾ ਝਗੜੇ ਦੇ ਦੱਸੀ ਜਾਏ ਕਿ ਮੈਂ ਆਰਮਸ ਜਿਹੜੇ ਨਿਊਕਲੀਅਰ ਵੈਪਨ ਵੀ ਚਲਾ ਸਕਦਾ, ਮੇਰਾ ਸਵਾਲ ਇਹ ਸੀ, ਇੱਕ ਵਾਰੀ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਮੇਰਾ ਇੰਟਰਵਿਊ ਸੀ, ਤੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਪਾਕਿਸਤਾਨ ਤਾਂ ਹਿੰਦੁਸਤਾਨ 'ਤੇ ਬੰਬ ਸਿੱਟਦਾ, ਕਲਕੱਤੇ ਸਿੱਧੂ, ਮਦਰਾਸ ਸਿੱਧੂ, 300-400 ਮੀਲ 4000 ਮੀਲ ਦੂਰ ਵੀ, ਬੰਬੇ ਤੋਂ ਹੀ ਅੱਗੇ ਜਾ ਕੇ, ਪਰ ਹਿੰਦੁਸਤਾਨ ਤੋਂ ਵੱਡੀ ਤਾਕਤ ਹੈ, ਹਿੰਦੁਸਤਾਨ ਵੱਡੀ ਤਾਕਤ ਹੈ, ਉਹ ਕਿੱਥੇ ਸਿੱਟੂ? ਪੰਜਾਬ 'ਚ ਹੀ ਸਿੱਟੂ ਨਾ। ਜੇ ਲਾਹੌਰ ਸਿੱਟੂ, ਸਰਗੋਧਾ ਸਿੱਟੂ, ਮਲਤਾਨ ਸਿੱਟੂ, ਤਾਂ ਵੀ ਪੰਜਾਬ ਅੱਧਾ ਜਿਹੜਾ ਉਹਨਾਂ ਉੱਡ ਜਾਊ।
ਤੇ ਹੁਣ ਜਿਹੜੀ ਸਿਚੁਏਸ਼ਨ ਇਹ ਹੈ ਕਿ ਜੇ ਜੰਗ ਇਸ ਵੇਲੇ ਹੋ ਜਾਏ, ਯੂਰਪ ਦੇ ਵਿੱਚ ਕਿੰਨੀਆਂ ਹੋਰ ਹੀ ਐਟੋਮਿਕ ਪਾਵਰਸ ਬੈਠੀਆਂ, ਸਾਡੇ ਮੁੱਢ ਦੇ ਵਿੱਚ ਉੱਪਰਲੇ ਹਿੱਸੇ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਸਾਡੇ ਨਾਲ ਸਰਹੱਦ ਲੱਗਦੀ, ਵਿੱਚ ਅਮਰੀਕਾ ਖੜਾ ਨਾਰਥ ਦੇ ਵਿੱਚ, ਤੇ ਪਰਲੇ ਪਾਸੇ ਸਰਹੱਦ ਲੱਗਦੀ। ਜੇ ਉਹ ਇੱਕ ਬੰਬ ਚਲਾਏ, ਰਸ਼ੀਆ ਸਿੱਟਦਾ, ਨਿਊਯਾਰਕ ਤੇ ਸਿੱਟਦਾ, ਉਹ ਕਿੱਥੋਂ ਨਹੀਂ ਲੰਘੇਗੀ, ਇੱਥੋਂ ਨਹੀਂ ਲੰਘੇਗੀ ਨਾ, ਪੰਜਾਬ ਦੇ ਸੌਰੀ ਆਪਣੇ ਕੈਨੇਡਾ ਦੇ ਨਾਰਥ ਪੋਲ ਤੋਂ ਲੰਘੇਗੀ ਕੈਨੇਡਾ ਦੇ। ਹਾਂਜੀ, ਜੇ ਕੈਨੇਡਾ ਦੇ ਵਿੱਚ ਉਹਨੂੰ ਅਸੀਂ ਕਾਊਂਟਰ ਵੀ ਕਰ ਦਈਏ ਰਾਹ ਦੇ ਵਿੱਚ, ਤਾਂ ਕੈਨੇਡਾ ਇਜ਼ ਨੋ ਮੋਰ। ਤੇ ਜੇ ਉੱਥੇ ਰਸ਼ੀਆ ਦਾ ਇਹ ਡਿਕਟੇਟਰ ਇਹ ਸੋਚਦਾ ਕਿ ਮੈਂ ਨਿਊਕਲੀਅਰ ਵਾਪਰ ਚਲਾ ਦੂੰਗਾ, ਤੇ ਇਹਦਾ ਮਤਲਬ ਇਹ ਐਡਾ ਪਾਗਲ ਹੈ, ਇਹਨੂੰ ਪਤਾ ਨਹੀਂ ਵੀ ਰਸ਼ੀਆ ਕਿੱਥੇ ਰਹਿ ਜਾਏ। ਇਸ ਵੇਲੇ ਰਸ਼ੀਆ ਕੋਲ 80,000 ਦੇ ਕਰੀਬ ਹੈਗੇ ਆ ਹਥਿਆਰ, ਜਿਹੜੇ ਨਿਊਕਲੀਅਰ ਵੈਪਨਸ ਹੈਗੀਆਂ, ਮਿਜ਼ਲਸ ਤੱਕ। ਅਮਰੀਕਾ ਕੇ 150,000 ਦੇ ਕਰੀਬ ਹੈਗੇ। ਪਰ ਇਹ ਚੱਲ ਜਾਣ ਤੇ ਦੁਨੀਆ ਕਿੱਥੇ ਰਹਿ ਜਾਏਗੀ। ਤੇ ਮੇਰਾ ਖਿਆਲ ਨਹੀਂ ਕਿ ਐਟੋਮਿਕ ਵਾਰ ਬਣੇ, ਪਰ ਇਹਦੇ ਵਿੱਚ ਇਹ ਹੈ ਕਿ ਇੱਕ ਦੂਏ ਨੂੰ ਜਿਹੜੀ ਆ ਧਮਕੀ ਦੇਣੀ ਆ, ਉਹ ਵੀ ਇੱਕ ਵਾਰ ਦਾ। ਅੱਜ ਜਿਹੜੀ ਲੋਕਾਂ ਉੱਥੇ ਸਿਵਲ ਲੋਕਾਂ ਦੀ ਹਾਲਤ, ਤੇ ਉਹ ਤੁਸੀਂ ਦੇਖਦੇ ਆ ਕਿ ਅਸੀਂ ਦੇਖ ਰਹੇ ਸੀ ਅੱਜ। ਇੱਕ ਮੈਨੂੰ ਬੜੇ ਦਿਨ ਨੂੰ ਚੁੱਭ ਗਈ, ਇੱਕ ਉੱਥੇ ਦੀ ਯੂਕਰੇਨ ਦੀ ਇੱਕ ਅੰਡਰ ਸੈਕਟਰੀ ਨੂੰ ਕਹਿੰਦੀ, ਅਮਰੀਕਾ ਦੇ ਨੂੰ ਕਹਿੰਦੀ, ਡੂ ਯੂ ਵਾਂਟ ਪੀਸ, ਯੂ ਵਾਂਟ ਅਸ ਟੂ ਬੀ ਇਨ ਨੈਟੋ? ਉਹ ਕਹਿੰਦਾ ਯੈਸ ਵੀ ਵਾਂਟ ਯੂ। ਕਹਿੰਦੀ ਆਹ ਲੈ ਪੀਸ ਆਫ ਪੇਪਰ, ਉੱਤੇ ਆਪਣਾ ਉਹਨੇ ਲਿਖਿਆ, ਕਹਿੰਦੀ ਤੂੰ ਵੀ ਦਸਤਖਤ ਕਰ, ਅਸੀਂ ਵਿੱਚ ਆ ਗਏ। ਕਿੰਨੀ ਕੁ ਗੱਲ ਹੈਗੀ। ਤੁਸੀਂ ਸਾਨੂੰ ਵਿੱਚ ਜੇ ਧੱਕ ਕੇ ਮਦਦ ਨਹੀਂ ਕਰਨੀ ਸੀ, ਤਾਂ ਤੁਸੀਂ ਕਾਹਦੇ ਲਈ ਸਾਡੇ ਨੈਟੋ ਨੂੰ ਚੱਟਣਾ? ਜੇ ਸਾਡੇ ਉੱਥੇ ਇਸ ਵੇਲੇ ਘੱਟੋ ਘੱਟ ਵੀ 7-8 ਹਜ਼ਾਰ ਲੋਕ ਮਰ ਗਏ, ਤੇ ਇੰਨੇ ਕੀ 5,000 ਦੇ ਕਰੀਬ ਉਹਨਾਂ ਦੇ ਸਿਪਾਹੀ ਵੀ ਮਰ ਗਏ ਰਸ਼ੀਆ ਦੇ। ਮੇਰਾ ਮਤਲਬ ਇਹ ਹੈ ਕਿ ਜੰਗ ਕਦੀ ਵੀ, ਤੁਸੀਂ ਚੰਗੀ ਤਰ੍ਹਾਂ ਜਾਣਦੇ, ਬੜੇ ਸਕਾਲਰਲੀ ਬੰਦੇ ਹੋ, ਕਿ ਕਿਸੇ ਲਈ ਸਾਬਤ ਨਹੀਂ ਹੋ, ਆਖਰ ਟੇਬਲ ਤੇ ਬੈਠ ਕੇ ਹੀ ਫੈਸਲੇ ਹੁੰਦੇ। ਡਾਕਟਰ ਸਾਹਿਬ ਇੱਕ ਵਾਰੀ ਬ੍ਰੇਕ ਲੈਂਦੇ ਆ ਥੋੜਾ ਜਿਹਾ, ਨਾਲੇ ਤੁਹਾਡਾ ਫਰੇਮ ਸੈੱਟ ਕਰਾਉਂਦੇ ਆ, ਤੇ ਉਸ ਤੋਂ ਬਾਅਦ ਦੁਬਾਰਾ ਆਪਾਂ ਨਾਲ ਦੀ ਨਾਲ ਹੀ ਆਪਣੀ ਗੱਲਬਾਤ ਜਿਹੜੀ ਉਹ ਸ਼ੁਰੂ ਕਰਦੇ ਹਾਂ ਜੀ। ਅਜੇ ਮੇਰਾ ਫਰੇਮ ਨਹੀਂ ਸੈੱਟ ਹੋਇਆ।